हाँ जी, गुड मॉर्निंग स्टूडेंट्स। ਅੱਜ ਅਸੀਂ +1 ਦਾ ਫਿਜ਼ਿਕਸ ਦਾ ਸੈਕੰਡ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਯੂਨਿਟਸ ਐਂਡ ਮੈਜ਼ਰਮੈਂਟ। ਸਭ ਤੋਂ ਪਹਿਲਾਂ ਫਿਜ਼ੀਕਲ ਕੁਆਂਟੀਟੀਜ਼ ਕੀ ਹੁੰਦੀਆਂ ਨੇ, ਫਿਜ਼ੀਕਲ ਕੁਆਂਟੀਟੀਜ਼ ਬਾਰੇ ਤੁਹਾਨੂੰ ਜਾਣਨਾ ਪਾਵਾਂਗੇ। ਡੈਫੀਨੇਸ਼ਨ ਆਫ ਫਿਜ਼ੀਕਲ ਕੁਆਂਟੀਟੀਜ਼ ਦੀ ਐਨੀਥਿੰਗ ਵਿਚ ਕੈਨ ਬੀ ਮੈਜ਼ਰਡ ਇਜ਼ ਕਾਲਡ ਫਿਜ਼ੀਕਲ ਕੁਆਂਟੀਟੀ। ਉਹ ਜਿਸ ਨੂੰ ਤੋਲਿਆ ਜਾ ਸਕਦਾ ਹੈ, ਮਾਪਿਆ ਜਾ ਸਕਦਾ ਹੈ, ਗਿਣਿਆ ਜਾ ਸਕਦਾ ਹੈ, ਉਸ ਨੂੰ ਅਸੀਂ ਫਿਜ਼ੀਕਲ ਕੁਆਂਟੀਟੀਜ਼ ਕਹਿੰਦੇ ਹਾਂ। ਉਦਾਹਰਨ ਵਜੋਂ ਫॉर एग्जांपल ਲੰਬਾਈ, ਚੌੜਾਈ, ਉਚਾਈ, ਮਾਸ, ਟਾਈਮ, ਵਰਕ, ਫੋਰਸ, ਪਾਵਰ, ਪ੍ਰੈਸ਼ਰ, ਜੋ ਮਰਜ਼ੀ ਲਿਖੀ ਜਾਓ, ਜਿਸ ਨੂੰ ਤੋਲ ਸਕਦੇ ਹਾਂ, ਮਾਪ ਸਕਦੇ ਹਾਂ ਫਿਜ਼ਿਕਸ ਦੇ ਵਿੱਚ, ਲੈਬੋਰੇਟਰੀ ਦੇ ਵਿੱਚ, ਉਸ ਨੂੰ ਅਸੀਂ ਫਿਜ਼ੀਕਲ ਕੁਆਂਟੀਟੀਜ਼ ਕਹਿੰਦੇ ਹਾਂ। ਜਿਨ੍ਹਾਂ ਨੂੰ ਤੋਲਿਆ ਨਹੀਂ ਜਾ ਸਕਦਾ, ਜਿਨ੍ਹਾਂ ਨੂੰ ਮਾਪਿਆ ਨਹੀਂ ਜਾ ਸਕਦਾ, ਫਿਜ਼ਿਕਸ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਹੈ। ਤੁਹਾਡੀ ਉਦਾਸੀ, ਖੁਸ਼ੀ, ਗਮ ਨਹੀਂ ਤੇ ਅਸੀਂ ਇਸ ਨੂੰ ਮੈਜ਼ਰ ਕਰ ਸਕਦੇ। ਮੈਂ ਬਹੁਤ ਸਾਰਾ ਖੁਸ਼ ਹਾਂ, ਕਿੰਨਾ ਖੁਸ਼ ਹਾਂ, ਬਹੁਤ ਉਦਾਸ ਹਾਂ ਮੈਂ, ਮਤਲਬ ਜਿਸ ਨੂੰ ਤੋਲਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ, ਫਿਜ਼ਿਕਸ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਹੈ। ਤਾਂ ਮੇਰੇ ਕਹਿਣ ਦਾ ਮਤਲਬ ਹੈ ਤੁਹਾਡੇ ਇਮੋਸ਼ਨਸ ਦਾ ਫਿਜ਼ਿਕਸ 'ਚ ਕੋਈ ਐਗਜ਼ਿਸਟੈਂਸ ਨਹੀਂ ਹੈ। ਤਾਂ ਫਿਜ਼ੀਕਲ ਕੁਆਂਟੀਟੀਜ਼ ਨੂੰ ਦੋ ਕੈਟਾਗਰੀਜ਼ ਦੇ ਵਿੱਚ ਵੰਡਦੇ ਹਾਂ। ਦੋ ਟਾਈਪਸ ਆਫ ਫਿਜ਼ੀਕਲ ਕੁਆਂਟੀਟੀਜ਼ ਹੈ, ਇੱਕ ਫੰਡਾਮੈਂਟਲ ਹੈ ਤੇ ਦੂਜੀ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼ ਹੈ। ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਕਿ ਬੇਸਿਕ ਹੋਣ, ਬੇਸਿਕ ਫੰਡਾਮੈਂਟਲ ਮਤਲਬ ਜਿਹੜੀਆਂ ਕਿ ਪੂਰਨ ਹੋਣ ਤੇ ਆਪਣੇ ਕਿਸੇ ਹੋਰ ਫਿਜ਼ੀਕਲ ਕੁਆਂਟੀਟੀਜ਼ ਤੇ ਡਿਪੈਂਡ ਨਾ ਕਰਦੀਆਂ ਹੋਣ। ਐਗਜ਼ਾਮਪਲ ਹੈ ਮਾਸ ਹੈ, ਲੈਂਥ ਹੈ, ਟਾਈਮ ਹੈ। ਮਾਸ ਕਿਸੇ ਤੇ ਹੋਰ ਡਿਪੈਂਡ ਨਹੀਂ ਕਰਦੀ, ਲੈਂਥ ਵੀ ਕਿਸੇ ਤੇ ਡਿਪੈਂਡ ਨਹੀਂ ਕਰਦਾ, ਟਾਈਮ ਵੀ ਕਿਸੇ ਤੇ ਡਿਪੈਂਡ ਨਹੀਂ ਕਰਦਾ, ਹੋਰ ਵੀ ਨੇ ਕੁਝ ਉਹ ਫਿਰ ਗੱਲਾਂ ਕਰਾਂਗੇ। ਇਹਨਾਂ ਨੂੰ ਅਸੀਂ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਕਹਿੰਦੇ ਹਾਂ। ਉਸੇ ਤਰ੍ਹਾਂ ਦੂਸਰੀ ਕੈਟਾਗਰੀਜ਼ ਹੈ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼ ਦੀ। ਨਾਓ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼ ਕਿਹੜੀ ਹੁੰਦੀ ਹੈ, ਜਿਹੜੀਆਂ ਕਿ ਦੂਜੀਆਂ ਫਿਜ਼ੀਕਲ ਕੁਆਂਟੀਟੀਜ਼ ਉੱਪਰ ਵਾਲੀਆਂ ਜਿਹੜੀਆਂ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਆਪਾਂ ਪੜ੍ਹ ਕੇ ਆਏ ਆ, ਉਹਨਾਂ ਤੇ ਡਿਪੈਂਡ ਕਰਦੀਆਂ ਨੇ, ਉਹਨਾਂ ਤੇ ਨਿਰਭਰ ਕਰਦੀਆਂ ਨੇ, ਉਹ ਡਿਰਾਈਵ ਕਰਕੇ ਬਣਾਈਆਂ ਜਾਂਦੀਆਂ ਨੇ, ਇਸ ਲਈ ਉਹਨਾਂ ਨੂੰ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਏਰੀਆ, ਲੰਬਾਈ ਗੁਣਾ ਚੌੜਾਈ, ਜਾਂ ਜੇ ਸਕੇਅਰ ਹੈ ਤਾਂ ਲੰਬਾਈ ਗੁਣਾ ਲੰਬਾਈ, ਲੈਂਥ ਇਨਟੂ ਲੈਂਥ, ਮਤਲਬ ਦੋ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਨੂੰ ਵਰਤੋਂ ਕਰਕੇ ਅਸੀਂ ਏਰੀਆ ਬਣਾਇਆ। स्पीड, डिस्टेंस अपॉन टाइम, डिस्टेंस क्या है, ये भी लंबाई है, लेंथ है, टी टाइम, तो मतलब ये भी दो फिजिकल क्वांटिटीज़ की वरतों करके ही असी स्पीड नू डिराइव किया गया, कढ़िया गया, इसलिए ये डिराइव्ड फिजिकल क्वांटिटीज़ च आंदा। एक्सलरेशन, एक्सलरेशन क्या होंदा, स्पीड अपॉन टाइम, मतलब स्पीड जिहड़ा कि लेंथ अपॉन टाइम है, तो टाइम तो आप पढ़ ही चुके हैं कि वो फंडामेंटल है। ये भी दो ਜਾਂ ਦੋ ਤੋਂ ਵੱਧ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਤੋਂ ਡਿਰਾਈਵ ਕਰਕੇ ਬਣਾਏ ਗਏ ਨੇ, ਇਸ ਲਈ ਇਹਨਾਂ ਨੂੰ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼ ਕਿਹਾ ਜਾਂਦਾ ਹੈ। ਤਾਂ ਯਾਦ ਰੱਖਣਾ ਫਿਜ਼ੀਕਲ ਕੁਆਂਟੀਟੀਜ਼ ਕਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਤੋਲ ਸਕਦੇ ਹਾਂ, ਮਾਪ ਸਕਦੇ ਹਾਂ, ਜਿਵੇਂ ਲੰਬਾਈ, ਚੌੜਾਈ, ਉਚਾਈ, ਮਾਸ, ਟਾਈਮ, ਫੋਰਸ, ਵਰਕ, ਤੇ ਇਹ ਦੋ ਤਰ੍ਹਾਂ ਦੀਆਂ ਨੇ, ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਅਤੇ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼। फंडामेंटल फिजिकल कुआंटिटीज़ अदर फिजिकल कुआंटिटीज़ से डिपेंड नहीं करदियाँ, तो डिराइव्ड फिजिकल कुआंटिटीज़ अदर फिजिकल कुआंटिटीज़ से डिपेंड करदियाँ ने। अगला जो टॉपिक है वो है यूनिट। यूनिट, यूनिट की है, यूनिट इज अ चूजन स्टैंडर्ड, चूज किया गया, स्टैंडर्डाइज किया गया टू मैजर ਐਨੀ ਫਿਜ਼ੀਕਲ ਕੁਆਂਟੀਟੀ, ਕਿਸੇ ਵੀ ਫਿਜ਼ੀਕਲ ਕੁਆਂਟੀਟੀ ਨੂੰ ਮਾਪਣ ਵਾਸਤੇ ਜਿਹੜਾ ਵੀ ਸਟੈਂਡਰਡ ਹੈ ਚੂਜ਼ ਕੀਤਾ ਗਿਆ, ਉਸ ਨੂੰ ਅਸੀਂ ਯੂਨਿਟ ਕਹਿੰਦੇ ਹਾਂ। ਇਹ ਵੀ ਦੋ ਕੈਟਾਗਰੀਜ਼ ਹੈ, ਫੰਡਾਮੈਂਟਲ ਯੂਨਿਟ, फंडामेंटल
ਤੇ ਸੈਕਿੰਡ ਇਜ਼ ਡਿਰਾਈਵਡ ਯੂਨਿਟ। ਹਾਂਜੀ, ਫੰਡਾਮੈਂਟਲ ਯੂਨਿਟਸ ਕਿਹੜੇ ਹੋਣਗੇ? ਜਿਹੜੇ ਕਿ ਫੰਡਾਮੈਂਟਲ ਫਿਜ਼ੀਕਲ ਕੁਆਂਟੀਜ਼ ਵਾਸਤੇ ਯੂਜ਼ ਕਰਦੇ ਆ ਆਪਾਂ। ਫੋਰ ਐਗਜ਼ਾਮਪਲ ਮਾਸ ਕਾਹਦੇ 'ਚ ਮਾਪਦੇ ਆ? ਉਹਦਾ ਯੂਨਿਟ ਕਿਆ ਹੈ? ਕਿਲੋਗ੍ਰਾਮ। ਲੈਂਥ ਉਹਦਾ ਯੂਨਿਟ ਕਿਆ ਹੈ? ਮੀਟਰ। ਟਾਈਮ ਉਹਦਾ ਯੂਨਿਟ ਕਿਆ ਹੈ? ਸੈਕਿੰਡ। ਇਹ ਕੀ ਹੋ ਗਏ? ਫੰਡਾਮੈਂਟਲ ਯੂਨਿਟਸ। ਤੇ ਡਿਰਾਈਵਡ ਯੂਨਿਟਸ ਕਿਆ ਹੋਣਗੇ? ਜਿਹੜੇ ਕਿ ਡਿਰਾਈਵਡ ਫਿਜ਼ੀਕਲ ਕੁਆਂਟੀਜ਼ ਵਾਸਤੇ ਮਾਪਾਂਗੇ। ਉਦਾਹਰਨ ਵਜੋਂ ਫੋਰ ਐਗਜ਼ਾਮਪਲ ਏਰੀਆ। ਏਰੀਆ ਦਾ ਯੂਨਿਟ ਕਿਆ ਹੋਏਗਾ? ਮੀਟਰ ਦਾ ਸਕੁਆਇਰ। ਸਪੀਡ, ਸਪੀਡ ਕਾਹਦੇ 'ਚ ਮਾਪਦੇ ਆ? ਮੀਟਰ ਪ੍ਰਤੀ ਸੈਕਿੰਡ। ਐਕਸਲਰੇਸ਼ਨ ਕਾਹਦੇ 'ਚ ਮਾਪਦੇ ਆ? ਮੀਟਰ ਪ੍ਰਤੀ ਸੈਕਿੰਡ ਦੀ 2। ਐ ਫੋਰਸ ਕਾਹਦੇ 'ਚ ਮਾਪਾਂਗੇ? ਨਿਊਟਨ, ਕਿਉਂਕਿ ਫੋਰਸ ਦਾ ਫਾਰਮੂਲਾ ਹੁੰਦਾ ਬੇਟਾ ਮਾਸ ਗੁਣਾ ਐਕਸਲਰੇਸ਼ਨ। ਇਸ ਲਈ ਫੋਰਸ ਫੰਡਾਮੈਂਟਲ 'ਚ ਨਹੀਂ ਆਂਦਾ, ਕਿਉਂਕਿ ਇਹ ਡਿਰਾਈਵ ਕੀਤਾ ਗਿਆ। ਯੂਨਿਟ ਬੇਸ਼ੱਕ ਨਿਊਟਨ ਹੈ, ਇਹ 1 ਨਿਊਟਨ ਆਪਾਂ ਲਿਖਦੇ ਆ 1 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਦੀ ਘਾਤ 2 ਦੇ ਬਰਾਬਰ ਹੁੰਦਾ। ਮਤਲਬ ਨਿਊਟਨ ਐਵੇਂ ਵਰਕ ਹੈ, ਉਹਦਾ ਯੂਨਿਟ ਹੈ ਜੂਲ। ਇਹ ਸਾਰੀਆਂ ਕਿਹੜੀ ਕੈਟਾਗਰੀਜ਼ ਦੇ ਵਿੱਚ ਆਉਂਦੀਆਂ ਨੇ? ਡਿਰਾਈਵਡ ਫਿਜ਼ੀਕਲ ਕੁਆਂਟੀਜ਼ ਦੇ ਵਿੱਚ ਆਉਂਦੀਆਂ ਨੇ। ਹਾਂਜੀ, ਅੱਗੇ ਹੈ ਫੰਡਾਮੈਂਟਲ ਯੂਨਿਟਸ ਦੀਆਂ ਕੀ ਕਰੈਕਟਰਿਸਟਿਕਸ ਹੁੰਦੀਆਂ ਨੇ? ਕਰੈਕਟਰਿਸਟਿਕਸ, ਗੁਣ। ਉਹ ਫੰਡਾਮੈਂਟਲ ਯੂਨਿਟਸ। ਹਾਂਜੀ, ਕੁਝ ਗੁਣ ਨੇ, ਇਹ ਯਾਦ ਰੱਖਣ ਵਾਲੇ ਨੇ। ਇਟ ਸ਼ੁੱਡ ਬੀ ਈਜ਼ਲੀ ਰੀਪਰੋਡਿਊਸਿਬਲ। Second, should not change. Should not change with time and place. ਇਹ ਸੈਕਿੰਡ ਕਰੈਕਟਰਿਸਟਿਕਸ ਹੈ ਦਾ ਸੈਕਿੰਡ ਗੁਣ ਹੈ ਕਿ ਜਗ੍ਹਾ ਤੇ ਸਮੇਂ ਦੇ ਨਾਲ ਚੇਂਜ ਨਹੀਂ ਹੋਣਾ ਚਾਹੀਦਾ। ਪਹਿਲਾ ਕੀ ਸੀ? ਈਜ਼ੀਲੀ ਰੀਪਰੋਡਿਊਸੇਬਲ, ਆਸਾਨੀ ਦੇ ਨਾਲ ਦੁਬਾਰਾ ਤੋਂ ਪੈਦਾ ਕੀਤਾ ਜਾ ਸਕਦਾ ਹੋਵੇ। ਥਰਡ ਹੈ ਇਟ ਸ਼ੁੱਡ ਨਾਟ ਚੇਂਜ ਵਿਦ ਫਿਜ਼ੀਕਲ ਕੰਡੀਸ਼ਨਸ। ਫਿਜ਼ੀਕਲ ਹਾਲਾਤ, ਫਿਜ਼ੀਕਲ ਕੰਡੀਸ਼ਨਸ ਕਿਹੜੀਆਂ ਹੁੰਦੀਆਂ ਨੇ? ਜਿਵੇਂ ਕਿ ਟੈਂਪਰੇਚਰ ਹੋ ਗਿਆ, ਪ੍ਰੈਸ਼ਰ ਹੋ ਗਿਆ, ਹਿਊਮਿਡਿਟੀ ਹੋ ਗਈ ਹੈ। ਹਿਊਮਿਡਿਟੀ ਮੀਨਸ ਤਾਪਮਾਨ ਵੱਧ ਗਿਆ। ਇਹ ਨਹੀਂ ਹੈ ਕਿ ਕੋਈ ਤੁਹਾਡਾ ਮੀਟਰ ਦਾ ਰੋਡ ਵੱਧ ਜੇ ਜਾਂ ਚੌੜਾ ਹੋ ਜੇ ਜਾਂ ਭਾਰ ਵੱਧ ਜੇ ਘਟ ਜੇ। ਪ੍ਰੈਸ਼ਰ ਦੇ ਚੇਂਜ ਹੋਣ ਦੇ ਨਾਲ ਇਹਦੇ 'ਚ ਕੋਈ ਚੇਂਜਸ ਨਾ ਹੋ ਜਾਣ। ਹਵਾ ਦੇ ਵਿੱਚ ਨਮੀ ਆ ਗਈ, ਉਹਦੇ ਨਾਲ ਵੀ ਨਾ ਤੁਹਾਡੇ ਯੂਨਿਟ ਦੇ ਵਿੱਚ ਕੋਈ ਮਾਪਕ ਦੇ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਫੰਡਾਮੈਂਟਲ ਯੂਨਿਟਸ। ਐਂਡ ਚੌਥੀ ਪ੍ਰੋਪਰਟੀ ਜਿਹੜੀ ਇੰਪੋਰਟੈਂਟ ਹੈ, ਇਟ ਸ਼ੁੱਡ ਬੀ ਵਾਈਡਲੀ ਐਕਸੈਪਟੇਬਲ। ਵਾਈਡਲੀ ਐਕਸੈਪਟੇਬਲ ਮਤਲਬ ਇਹ ਸਭ ਨੂੰ ਮਨਜ਼ੂਰ ਹੋਵੇ, ਇਹ ਜ਼ਰੂਰੀ ਹੈ। ਐ ਨਹੀਂ ਹੈ ਕਿ ਅਸੀਂ ਆਪਦਾ ਯੂਨਿਟ ਲੈ ਕੇ ਬਾਜ਼ਾਰ 'ਚ ਤੁਰਾ ਫਿਰਾਂਗੇ ਕਿ ਮੇਰਾ ਮੀਟਰ ਆ, ਕਿਸੇ ਦਾ ਮੀਟਰ ਆ। ਨੋ, ਇਹ ਸਾਰਿਆਂ ਨੂੰ ਮਨਜ਼ੂਰ ਹੋਵੇ। ਇਟ ਸ਼ੁੱਡ ਬੀ ਬੇਸਿਕ ਇਨ ਇਟਸੈਲਫ। ਇਹ ਕੀ ਹੋਣਾ ਚਾਹੀਦਾ ਹੈ? ਇਟ ਸ਼ੁੱਡ ਬੀ ਬੇਸਿਕ ਮਤਲਬ ਇਹ ਕਿਸੇ ਦੂਸਰੀ ਫੰਡਾਮੈਂਟਲ ਫਿਜ਼ੀਕਲ ਕੁਆਂਟੀਜ਼ ਤੇ ਡਿਪੈਂਡ ਨਹੀਂ ਕਰਦੇ ਹੋਣਾ ਚਾਹੀਦਾ। ਇਹ ਸੀ ਆਪਣੇ ਕੋਲ ਫੰਡਾਮੈਂਟਲ ਯੂਨਿਟਸ ਦੀਆਂ ਕਰੈਕਟਰਿਸਟਿਕਸ। ਨਾਓ ਡਿਰਾਈਵਡ ਯੂਨਿਟਸ ਤੁਹਾਨੂੰ ਮੈਂ ਦੱਸ ਹੀ ਚੁੱਕਾ ਹਾਂ ਕਿ ਡਿਰਾਈਵਡ ਯੂਨਿਟਸ ਕਿਹੜੇ ਹੁੰਦੇ ਨੇ? ਜਿਹੜੇ ਕਿ ਡਿਰਾਈਵਡ ਯੂਨਿਟਸ ਜਿਹੜੇ ਕਿ ਡਿਪੈਂਡ ਕਰਦੇ ਨੇ ਕਿੰਨਾ ਤੇ? ਡਿਪੈਂਡਸ ਅਪਨ ਫੰਡਾਮੈਂਟਲ ਯੂਨਿਟਸ। ਡਿਰਾਈਵਡ ਯੂਨਿਟਸ ਕਿੰਨਾ ਤੇ ਡਿਪੈਂਡ ਕਰਦੇ ਨੇ? ਫੰਡਾਮੈਂਟਲ ਯੂਨਿਟਸ ਤੇ ਡਿਪੈਂਡ ਕਰਦੇ। ਹਾਂਜੀ, ਹੁਣ ਅਗਲਾ ਜਿਹੜਾ ਟੌਪਿਕ ਹੈ ਸਿਸਟਮ ਆਫ ਯੂਨਿਟਸ ਦਾ। ਸਿਸਟਮ ਆਫ ਯੂਨਿਟਸ ਦਾ ਕਿਹੜੇ ਕਿਹੜੇ ਸਿਸਟਮ ਆਫ ਯੂਨਿਟ ਲਾਗੂ ਹੈ, ਚੱਲ ਰਹੇ ਨੇ? ਸਿੰਪਲ
ਮੇਨਲੀ 3 ਸਿਸਟਮ ਮਾਰਕੀਟ 'ਚ ਨੇ। CGS ਸਿਸਟਮ, CGS ਸਿਸਟਮ ਕੀ ਹੁੰਦਾ? ਇਟ ਇਜ਼ ਕਾਲਡ ਫ੍ਰੈਂਚ ਸਿਸਟਮ ਆਫ ਯੂਨਿਟ। ਕਿਉਂ? ਫਰਾਂਸ ਦੇ ਵਿੱਚ ਪ੍ਰਚਲਿਤ ਹੋਇਆ। ਇਹਦੇ 'ਚ ਲੰਬਾਈ ਮਾਪੀ ਜਾਂਦੀ ਹੈ ਸੈਂਟੀਮੀਟਰਾਂ 'ਚ, ਭਾਰ ਮਾਪਿਆ ਜਾਂਦਾ ਹੈ ਗ੍ਰਾਮਾਂ 'ਚ, ਤੇ ਟਾਈਮ ਮਾਪਿਆ ਜਾਂਦਾ ਹੈ ਸੈਕਿੰਡ, CGS, ਸੈਂਟੀਮੀਟਰ ਗ੍ਰਾਮ ਐਂਡ ਸੈਕਿੰਡ। ਇਸ ਨੂੰ ਮੈਟ੍ਰਿਕ ਸਿਸਟਮ ਵੀ ਕਿਹਾ ਜਾਂਦਾ, ਇਹ ਯਾਦ ਰੱਖਿਓ। ਮੈਟ੍ਰਿਕ ਸਿਸਟਮ, ਇਹਦਾ ਕੀ ਮਤਲਬ? ਮੈਟ੍ਰਿਕ ਸਿਸਟਮ ਆਫ ਯੂਨਿਟ ਮਤਲਬ ਤੁਸੀਂ 100 ਸੈਂਟੀਮੀਟਰ ਨੂੰ ਲਿਖ ਸਕਦੇ ਹੋ 10⁻² ਸੈਂਟੀਮੀਟਰ। 0.0001 ਕਿਲੋਗ੍ਰਾਮ ਨੂੰ ਲਿਖ ਸਕਦੇ ਹੋ 1 × 10⁻⁻4 ਕਿਲੋਗ੍ਰਾਮ। ਮੈਟ੍ਰਿਕ ਸਿਸਟਮ, ਮੈਟ੍ਰਿਕ ਸਿਸਟਮ ਦਾ ਮਤਲਬ ਹੈ ਇਹਦੀਆਂ ਜਿਹੜੀਆਂ ਪਾਵਰ ਮਲਟੀਪਲਸ ਐਂਡ ਸਬ ਮਲਟੀਪਲਸ ਨੂੰ ਅਸੀਂ ਪਾਵਰਸ ਆਫ 10 ਦੇ ਰੂਪ ਵਿੱਚ ਲਿਖ ਸਕਦੇ ਹਾਂ। ਇੰਪੋਰਟੈਂਟ ਚੀਜ਼ ਹੈ। ਸੈਕਿੰਡ ਸਿਸਟਮ ਆਫ ਯੂਨਿਟਸ ਜਿਹੜਾ ਹੈ ਉਹ ਹੈ MKS ਸਿਸਟਮ। ਇਹ ਵੀ ਫਰਾਂਸ ਦੇ ਵਿੱਚ ਹੀ ਪ੍ਰਚਲਿਤ ਹੋਇਆ ਜੀ। ਇਸ ਨੂੰ ਵੀ ਫ੍ਰੈਂਚ ਸਿਸਟਮ ਆਫ ਯੂਨਿਟ ਕਹਿੰਦੇ ਆ। ਇਹਦੇ 'ਚ ਲੰਬਾਈਆਂ ਕਾਹਦੇ 'ਚ ਮਾਪੀਆਂ ਜਾਂਦੀਆਂ? ਮੀਟਰ 'ਚ, ਭਾਰ ਕਿਲੋਗ੍ਰਾਮਾਂ 'ਚ, ਤੇ ਟਾਈਮ ਸੈਕਿੰਡ ਦੇ ਵਿੱਚ। ਇਹ ਵੀ ਮੈਟ੍ਰਿਕ ਸਿਸਟਮ ਹੈ। ਮੀਨਸ ਇਸ ਨੂੰ ਵੀ ਪਾਵਰ 10 ਦੇ ਵਿੱਚ ਲਿਖ ਸਕਦੇ ਹਾਂ। ਨੰਬਰ 3, FPS system of units। FPS system of unit, ਇਹ ਬ੍ਰਿਟਿਸ਼ ਸਿਸਟਮ ਹੈ। This is also called British system of unit। ਇਹਦੇ 'ਚ ਲੰਬਾਈ ਮਾਪੀ ਜਾਂਦੀ ਹੈ ਫੁੱਟ 'ਚ, ਭਾਰ ਮਾਪਿਆ ਜਾਂਦਾ ਹੈ ਪਾਉਂਡ 'ਚ, ਤੇ ਟਾਈਮ ਮਾਪਿਆ ਜਾਂਦਾ ਹੈ ਸੈਕਿੰਡ ਦੇ ਵਿੱਚ। ਇਸ ਲਈ ਇਸ ਨੂੰ ਬ੍ਰਿਟਿਸ਼ ਸਿਸਟਮ ਆਫ ਯੂਨਿਟਸ ਕਿਹਾ ਜਾਂਦਾ ਹੈ। ਇੰਡੀਆ ਦੇ ਵਿੱਚ ਤੁਸੀਂ ਗਹਿਰਾਈਆਂ, ਲੰਬਾਈਆਂ, ਚੌੜਾਈਆਂ ਫੁੱਟਾਂ 'ਚ ਸੁਣੀਆਂ ਹੋਣਗੀਆਂ, ਕਿਉਂਕਿ ਅੰਗਰੇਜ਼ਾਂ ਨੇ 200 ਸਾਲ ਇੰਡੀਆ ਦੇ ਉੱਤੇ ਰਾਜ ਕੀਤਾ ਤੇ ਅੰਗਰੇਜ਼ਾਂ ਦੀ ਜਿਹੜੀ ਮਾਪਕ ਪ੍ਰਣਾਲੀ ਹੈ ਉਹ ਇੰਡੀਆ 'ਤੇ ਡੋਮੀਨੇਟ ਕਰਦੀ ਹੈ। ਭਾਰ ਵੀ ਤੁਸੀਂ ਪਾਉਂਡ ਸੁਣਿਆ ਹੋਏਗਾ ਕਿ 1 ਪਾਉਂਡ 2 ਪਾਉਂਡ ਮਾਰਕੀਟ 'ਚ ਮਿਲਦੇ ਨੇ। ਟਾਈਮ ਤਾਂ ਸੈਕਿੰਡ ਚੱਲਦਾ ਹੀ ਹੈ। ਲੇਕਿਨ ਇੱਕ ਗੱਲ ਯਾਦ ਰੱਖਿਓ, ਇਟ ਇਜ਼ ਨੋਟ ਮੈਟ੍ਰਿਕ। It is not metric system of unit। Not metric means ਇਹਨੂੰ 100 ਫੁੱਟ ਨੂੰ ਤੁਸੀਂ 10⁻² ਫੁੱਟ ਨਹੀਂ ਲਿਖ ਸਕਦੇ। ਕੁਝ ਡਰਾਬੈਕਸ ਨੇ ਇਹਦੇ 'ਚ, you can't write। तो ਇਸ ਲਈ ਇਹਦਾ ਹੈ ਸਾਇੰਟੀਫਿਕ ਰੀਜ਼ਨ ਦੇ ਕਰਕੇ ਵਿਗਿਆਨੀਆਂ ਨੇ ਸਾਇੰਟੀਫਿਕ ਪ੍ਰੋਬਲਮਸ ਕਰਕੇ FPS ਨੂੰ ਡਿਸਕਾਰਡ ਕਰ ਦਿੱਤਾ। ਸਾਇੰਟੀਫਿਕ ਵਰਕ ਇਹਦੇ 'ਚ ਨਹੀਂ ਹੁੰਦਾ। ਦੁਨੀਆ ਭਰਾਂ ਦੇ ਸਾਇੰਟਿਸਟ ਨੇ MKS ਨੂੰ ਸਟੈਂਡਰਡਾਈਜ਼ ਕਰ ਦਿੱਤਾ, MKS ਨੂੰ ਮਨਜ਼ੂਰੀ ਦਿੱਤੀ, ਲੇਕਿਨ MKS ਦੇ ਵਿੱਚ ਥੋੜ੍ਹੀਆਂ ਜਿਹੀਆਂ ਕਮੀਆਂ ਸੀ। ਉਸ ਨੂੰ ਦੂਰ ਕਰਕੇ ਇੱਕ ਨਵਾਂ ਸਿਸਟਮ ਬਣਾਇਆ, that is system international units। Next is fourth one, system international। SI system, system internationally। ਫ੍ਰੈਂਚ ਦੇ ਵਿੱਚ ਉਹਨੂੰ ਕਿਹਾ, ਲੇਕਿਨ ਆਪਾਂ ਇੰਗਲਿਸ਼ ਦੇ ਵਿੱਚ ਜਿਹੜੀ ਬੋਲਦੇ ਹਾਂ ਇੰਟਰਨੈਸ਼ਨਲ ਸਿਸਟਮ ਆਫ ਯੂਨਿਟ ਕਿਹਾ ਜਾਂਦਾ ਹੈ। ਮੀਨਸ ਇਹਦੇ 'ਚ ਕੁਝ ਫੰਡਾਮੈਂਟਲ ਯੂਨਿਟ ਆਪਾਂ 3 ਹੀ ਪੜ੍ਹੇ ਨੇ, ਮਾਸ, ਲੈਂਥ ਐਂਡ ਟਾਈਮ, ਲੇਕਿਨ ਬਾਅਦ ਦੇ ਵਿੱਚ ਪਤਾ ਲੱਗਿਆ ਹੋਰ ਵੀ ਫੰਡਾਮੈਂਟਲ ਯੂਨਿਟਸ ਹੈ ਜਿਹੜੇ ਕਿ ਇਹਦੇ 'ਚ ਐਡ ਕੀਤੇ। ਫੋਰ ਐਗਜ਼ਾਮਪਲ ਮੈਂ ਲਿਖ ਰਿਹਾ ਟੇਬਲ ਤੁਹਾਡੇ ਸਾਹਮਣੇ। ਸਭ ਤੋਂ ਪਹਿਲਾਂ ਤਾਂ ਲਿਖਦੇ ਹਾਂ ਫਿਜ਼ੀਕਲ ਕੁਆਂਟੀਟੀਜ਼, ਮੇਰੇ ਕੋਲ ਲਿਸਟ ਪਈ ਹੈ, ਦੇਖੋ ਧਿਆਨ ਨਾਲ। ਫਿਜ਼ੀਕਲ ਕੁਆਂਟੀਟੀ ਇੱਧਰ ਯੂਨਿਟ ਹੈ ਤੇ ਆ ਕੀ ਹੈ? ਸਿੰਬਲ ਹੈ। ਲੈਂਥ ਵਾਸਤੇ ਯੂਨਿਟ ਮੀਟਰ ਹੈ, ਸਿੰਬਲ ਹੈ ਛੋਟਾ m। ਇਹ ਬਹੁਤ ਇੰਪੋਰਟੈਂਟ ਹੈ, ਇਹ ਧਿਆਨ ਰੱਖਣਾ। ਸਿੰਬਲ ਇਜ਼ ਵੈਰੀ ਇੰਪੋਰਟੈਂਟ।
क्योंकि ये छोटे m ਦੇ ਸਾਥੇ ਵੱਡਾ m ਪਾ ਦੇਗਾ ਫਿਜ਼ਿਕਸ ਦੇ ਵਿੱਚ ਬਹੁਤ ਵੱਡੀ ਬਿਗੇਸਟ ਬਲੰਟਰ ਮਿਸਟੇਕ ਕਿਹਾ ਜਾਂਦਾ ਹੈ। तो ਸਿੰਬਲ ਇਜ਼ ਵੈਰੀ ਇੰਪੋਰਟੈਂਟ। ਮਾਸ ਨੂੰ ਕਿਲੋਗ੍ਰਾਮ 'ਚ ਮਾਪਦੇ ਆ, ਸਿੰਬਲ ਉਹਦਾ kg, k ਵੀ ਛੋਟਾ g ਵੀ ਛੋਟਾ, k ਵੱਡਾ ਸਿੰਬਲ ਹੋਰ ਹੈ। ਆਹ ਦੇਖੋ ਧਿਆਨ ਨਾਲ, k ਸਿੰਬਲ ਕਿਸੇ ਹੋਰ ਦਾ ਲਿਖਿਆ ਹੋਇਆ ਹੈ, ਕੈਲਵਿਨ ਦਾ ਲਿਖਿਆ ਹੋਇਆ ਹੈ, ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਟਾਈਮ ਕਾਹਦਾ ਯੂਨਿਟ ਹੈ? टाइम सेकंड, एस ना लिखते हैं। इलैक्ट्रिक करंट, इलैक्ट्रिक करंट काहदे च मापते हैं? अंपियर, कैपिटल ए ना लिखते हैं। ल्यूमिनस इंटेंसिटी, चमक जिन्हों कहने हैं, लाइट। कैंडला, सी डी सिंबल है, मतलब मोमबत्ती तो लिया गया, अंग्रेजी च मोमबत्ती नूं कैंडल कहने हैं ना, कैंडला। तो वन कैंडल, फ्रांस ਦੇ ਵਿੱਚ ਕੈਂਡਲ ਨੂੰ ਕੈਂਡਲਾ ਕਿਹਾ ਜਾਂਦਾ। ਕੈਂਡਲਾ, ਸੀੜੀ, ਇੱਕ ਕੈਂਡਲ, ਦੋ ਕੈਂਡਲ ਦੇ ਬਰਾਬਰ ਦੀ ਲਾਈਟ, ਬਰਾਬਰ ਦੀ ਚਮਕ। ਟੈਂਪਰੇਚਰ ਨੋਟ ਰੱਖਿਓ, ਟੈਂਪਰੇਚਰ ਕੈਲਵਿਨ ਹੈ, KELVIN, कैपिटल के। एंड सेवंथ है अमाउंट ऑफ सब्सटेंस, मात्रा, मोल, MOLE, माप। अमाउंट ऑफ सब्सटेंस ਨੂੰ ਅਸੀਂ ਮੋਲ 'ਚ ਮਾਪਦੇ ਹਾਂ। MOLA ਦਾ ਸਿੰਬਲ ਹੈ, ਸਮਾਲ m, ਸਮਾਲ o and ਸਮਾਲ l। ਇਹ 7 ਫੰਡਾਮੈਂਟਲ ਯੂਨਿਟ ਸੀ। ਬਾਅਦ 'ਚ 2 ਸਪਲੀਮੈਂਟਰੀ ਬਾਅਦ 'ਚ ਐਡ ਹੋਏ, ਪਲੇਨ ਐਂਗਲ ਐਂਡ ਸੋਲਿਡ ਐਂਗਲ। ਪਲੇਨ ਐਂਗਲ ਨੂੰ ਰੇਡੀਅਨ 'ਚ ਮਾਪਦੇ ਹਾਂ। ਸ਼ਾਇਦ ਤੁਹਾਨੂੰ ਪਤਾ ਹੋਏ, ਮੈਨੂੰ ਨਹੀਂ ਧਿਆਨ 'ਚ, ਤੁਹਾਨੂੰ ਮੈਥਮੈਟਿਕਸ ਟੀਚਰ ਨੇ 10 ਤੱਕ ਐਂਗਲ ਦੇ ਬਾਰੇ ਦੱਸਿਆ, ਰੇਡੀਅਨ ਦੇ ਬਾਰੇ ਨਹੀਂ ਤਾਂ ਫਿਰ ਮੈਂ ਦੱਸ ਦਾਂਗਾ। ਪਲੇਨ ਐਂਗਲ ਦਾ ਸਿੰਗਲ 10ਵੀਂ ਤੱਕ ਤੁਸੀਂ ਡਿਗਰੀਆਂ 'ਚ ਮਾਪਿਆ ਐਂਗਲ, ਲੇਕਿਨ ਹੁਣ +1 ਦੇ ਵਿੱਚ ਅਸੀਂ ਡਿਗਰੀਆਂ 'ਚ ਨਹੀਂ ਮਾਪਦੇ ਐਂਗਲ ਨੂੰ। ਐਂਗਲ ਨੂੰ ਕਾਹਦੇ 'ਚ ਮਾਪਦੇ ਆ? ਰੇਡੀਅਨ ਨੂੰ। ਉਹਦਾ ਸਿੰਬਲ ਹੈ RAD। ਇੱਕ ਸੋਲਿਡ ਐਂਗਲ ਹੁੰਦਾ ਹੈ, ਸੋਲਿਡ ਐਂਗਲ ਹੁੰਦਾ 3 ਡਾਇਮੈਂਸ਼ਨਲ ਐਂਗਲ, ਉਹਦਾ ਸਿੰਬਲ ਹੈ ਸਟੈਰਾਡੀਅਨ, ਸਟੈਰਾਡੀਅਨ, SR ਸਿੰਬਲ ਹੈ। ਪਲੇਨ ਐਂਗਲ ਦਾ ਯੂਨਿਟ ਹੈ, ਪਲੇਨ ਐਂਗਲ रेडियन। थोड़ी जानकारी वास्ते दस दिए, 180 डिग्री बराबर होंदा है पाई रेडियन दे। पाई उही वैल्यू जो तुसी मैथ च पढ़ी है, 22/7 या फिर 3.14। 180 डिग्री किन्ने रेडियन दे? पाई। ते 360 2 पाई रेडियन दे बराबर हो जाते हैं। मतलब एक पूरा ਚੱਕਰ ਜਦੋਂ ਬੋਡੀ ਸਰਕਲ 'ਚ ਘੁੰਮਦੀ ਆ, ਕਿੰਨਾ ਡਿਗਰੀ ਦਾ ਐਂਗਲ ਆ? ਤੁਸੀਂ ਪਹਿਲਾਂ 360 ਡਿਗਰੀ ਲਿਖਦੇ ਹੋਵੋਗੇ ਨਾ, ਲੇਕਿਨ ਹੁਣ ਆਪਾਂ ਫਿਜ਼ਿਕਸ ਦੇ ਵਿੱਚ ਲਿਖਾਂਗੇ 2 ਪਾਈ ਰੇਡੀਅਨ ਹੈ ਐਂਗਲ। ਉਸੇ ਤਰ੍ਹਾਂ ਸੋਲਿਡ ਐਂਗਲ ਕਿਆ ਹੁੰਦਾ ਹੈ? ਸੋਲਿਡ ਐਂਗਲ ਬਾਰੇ ਦੱਸ ਦਈਏ, ਤੁਹਾਡੇ ਵਾਸਤੇ ਨਵੀਂ ਚੀਜ਼ ਹੋਏਗੀ। ਸੋਲਿਡ ਹੁੰਦਾ 3D ਐਂਗਲ, 3 ਡਾਇਮੈਂਸ਼ਨਲ ਐਂਗਲ। फॉर एग्जाम्पल कौन तुसी आइसक्रीम वाला कौन खादा होना, वो भी एक कौन है, एक बिंदु, एक केंद्र ते इकट्ठा हो रहा, एक थां ते इकट्ठा हो रहा। जिवें चक्कर पूरा एंगल, प्लेन एंगल 360 डिग्री का बनाता, 2 पाई रेडियन का बनाता, उसी तरह एक सफीयर पूरा गोला कितना डिग्री का एंगल बनाएगा? 4 पाई स्टेराडियन। 4 पाई मतलब उस तो दुगना होएगा। ये सॉलिड एंगल थोड़े वास्ते नवी चीज़ है। तो 9 फंडामेंटल यूनिट्स ने जोड़े थानू दसे गए। तो असी किहड़ा है इंडिया दे विच किनू जिन्नू दुनिया ने किया स्टैंडर्डाइज सिस्टम इंटरनेशनल यूनिट, SI सिस्टम नू असी स्टैंडर्डाइज किया है। तो असी भी यही यूज़ करते हैं। फिजिक्स दे विच भी कोशिश करनी है कि तुसी भी SI ही यूज़ करो। SI क्यों यूज करो? व्हाट आर एडवांटेजेस? एडवांटेजेस ऑफ SI की फायदे ने? SI एडवांटेजेस ऑफ SI, पहला तो बेटा फायदा की है, इट इज अ कोहेरेंट सिस्टम ऑफ यूनिट।
ਇਹਦਾ ਮਤਲਬ ਕੀ ਹੁੰਦਾ ਕੋਹਰੈਂਟ ਸਿਸਟਮ ਆਫ ਯੂਨਿਟ। ਕਿ ਇਹ ਕਿਸੇ ਹੋਰ ਸਿਸਟਮ ਤੇ ਡਿਪੈਂਡ ਨਹੀਂ ਕਰਦਾ, ਇਹਦਾ ਇਹ ਬਿਲਕੁਲ ਕੰਪਲੀਟ ਹੈ, ਕੋਹਰੈਂਟ ਹੈ, ਇਹਦਾ ਕੋਈ ਬਦਲ ਨਹੀਂ ਹੈ। ਲੰਬਾਈ ਨੂੰ ਅਸੀਂ ਮੀਟਰਾਂ 'ਚ ਹੀ ਮਾਪਾਂਗੇ। ਨੈਕਸਟ ਇਜ਼ ਇਟ ਇਜ਼ ਅ ਰੈਸ਼ਨਲ ਸਿਸਟਮ। रैशनल सिस्टम का मतलब की है कि only one unit is assigned, only one unit is assigned, one unit for one physical quantity। एक फिजिकल क्वांटिटी ਨੂੰ ਇੱਕੋ ਹੀ यूनिट ਅਲਾਟ ਕੀਤਾ ਗਿਆ। ਜਿਵੇਂ ਤੁਹਾਡੀ ਕਲਾਸਰੂਮ ਦੇ ਵਿੱਚ ਇੱਕ ਬੱਚੇ ਦਾ ਇੱਕੋ ਹੀ ਰੋਲ ਨੰਬਰ ਅਲਾਟ ਹੁੰਦਾ, ਇੱਕ ਬੱਚੇ ਨੂੰ 2 ਰੋਲ ਨੰਬਰ ਨਹੀਂ ਅਲਾਟ ਹੁੰਦੇ, ਮੀਨਸ ਇਟ ਇਜ਼ ਅ ਰੈਸ਼ਨਲ ਸਿਸਟਮ। ਉਸੇ ਤਰ੍ਹਾਂ ਐਸਆਈ ਦੇ ਵਿੱਚ ਜੇ ਲੰਬਾਈ ਮਾਪਣੀ ਹੈ ਤਾਂ ਮੀਟਰ 'ਚ ਮਾਪਾਂਗੇ, ਕਿਲੋਮੀਟਰਾਂ 'ਚ ਨਹੀਂ ਮਾਪਦੇ। ਐਸਆਈ ਦੇ ਵਿੱਚ ਸੈਂਟੀਮੀਟਰਾਂ 'ਚ ਨਹੀਂ ਮਾਪਦੇ। ਜੇ ਆਪਾਂ ਐਸਆਈ ਦੇ ਵਿੱਚ ਗੱਲ ਕੰਮ ਕਰਨੀ, ਲੰਬਾਈ ਤਾਂ ਸੈਂਟੀਮੀਟਰਾਂ 'ਚ ਵੀ ਮਾਪੀ ਜਾਂਦੀ, ਕਿਲੋਮੀਟਰਾਂ 'ਚ ਵੀ ਮਾਪੀ ਜਾਂਦੀ, ਮਿਲੀਮੀਟਰਾਂ 'ਚ ਵੀ ਮਾਪੀ ਜਾਂਦੀ। ਇਸ ਹੋਰ ਵੀ ਯੂਨਿਟਸ ਨੇ, ਫੁੱਟਸ ਵੀ ਮਾਪੀ ਜਾਂਦੀ ਹੈ, ਲੇਕਿਨ ਐਸਆਈ ਦੇ ਵਿੱਚ ਲੰਬਾਈ ਨੂੰ ਮਾਪਣ ਵਾਸਤੇ ਸਿਰਫ मीटर ही यूज किया जाता है। तो ओनली वन यूनिट इज असाइंड टू वन फिजिकल क्वांटिटी। नेक्स्ट इज इट इज आल्सो कॉल्ड प्रैक्टिकल यूनिट्स। प्रैक्टिकल यूनिट्स ਇਹਦਾ मतलब की है यू कैन यूज इट इन द लैबोरेटरीज, लैब्स ਦੇ ਵਿੱਚ, ਵਿਗਿਆਨ ਦੀਆਂ ਲੈਬਸ ਦੇ ਵਿੱਚ ਤੁਸੀਂ ਇਸ ਨੂੰ ਮੈਜਰ ਕਰ ਸਕਦੇ ਹੋ। ਨਾ ਤਾਂ ਬਹੁਤ ਛੋਟੇ ਨੇ ਮਾਈਕਰੋ ਡਿਮੈਂਸ਼ਨਸ ਜਿਹਨਾਂ ਨੂੰ ਤੁਸੀਂ ਦੇਖ ਨਹੀਂ ਸਕਦੇ, ਸੌਰੀ, ਜਾਂ ਬਹੁਤ ਵੱਡੇ ਵੀ ਨਹੀਂ ਹੋਣੇ ਚਾਹੀਦੇ। ਐਸਟਰੋਨੋਮਿਕਲ ਯੂਨਿਟਸ ਤਾਰਿਆਂ ਦੇ ਵਿੱਚ ਦੂਰੀਆਂ ਨੂੰ ਮਾਪਣ ਵਾਸਤੇ ਯੂਜ਼ ਕਰਦੇ ਆ ਕਿ ਇੰਨਾ ਜ਼ਿਆਦਾ ਵੱਡਾ ਡਿਸਟੈਂਸ ਹੈ ਕਿ ਅਸੀਂ ਲੈਬੋਰੇਟਰੀ ਦੇ ਵਿੱਚ ਇਸ ਤਰ੍ਹਾਂ ਮਾਪਕ ਨਹੀਂ ਰੱਖ ਸਕਦੇ। ਦੇ ਆਰ ਪ੍ਰੈਕਟੀਕਲਸ। ਐਂਡ फोर्थ वन साइंटिफिक नोटेशन वास्ते इंपॉर्टेंट है कि इट इज मैट्रिक सिस्टम। मैट्रिक सिस्टम ऑफ यूनिट्स मैं थानू पहला भी दस्या सी। मैट्रिक सिस्टम का मतलब हुंदा इहदियां पावर्स, मल्टीपल्स एंड सब मल्टीपल्स पावर्स ऑफ 10 के रूप में लिख सकते हैं। मीनस 1000 या 10,000 किलोग्राम नू 10⁻⁴ किलोग्राम लिख सकते हैं। 0.000001 1 2 3 4 5 6 ਸੈਕਿੰਡ ਨੂੰ 10⁻⁻6 ਸੈਕਿੰਡ ਲਿਖ ਸਕਦੇ ਹਾਂ। ਇਹ ਮਲਟੀਪਲਸ ਆ ਗਏ, ਇਹਨਾਂ ਨੂੰ ਮਲਟੀਪਲਸ ਕਹਿੰਦੇ ਆ, ਇਹਨਾਂ ਨੂੰ ਸਬ ਮਲਟੀਪਲਸ ਕਹਿੰਦੇ ਆ। ਮੀਨਸ ਇਹਨਾਂ ਦੇ ਮਲਟੀਪਲਸ ਐਂਡ ਸਬ ਮਲਟੀਪਲਸ ਕੈਨ ਬੀ ਰੇਜ਼ਡ ਐਜ਼ ਪਾਵਰ ਆਫ 10। ਠੀਕ ਹੈ ਜੀ, ਇੰਨਾ ਕਿ ਤੁਸੀਂ ਲੈਕਚਰ ਬਹੁਤ ਅੱਜ ਇਹਨੂੰ ਪੜ੍ਹਿਓ। ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕੁਝ ਗੱਲ ਕਰ ਲਾ ਤੁਹਾਡੇ ਨਾਲ ਪੜ੍ਹਾਈ ਤੋਂ ਇਲਾਵਾ ਨਾਲ ਦੀ ਨਾਲ। ਇੱਕ ਤੁਸੀਂ ਕੋਸ਼ਿਸ਼ ਕਰਿਓ, ਜੇ ਤੁਹਾਡੇ ਕੋਲ ਸਭ ਕੋਲ ਜ਼ੂਮ ਐਪ ਇੰਸਟਾਲ ਹੁੰਦੀ ਹੈ, ਤੁਸੀਂ ਜ਼ੂਮ ਐਪ ਇੰਸਟਾਲ ਕਰਕੇ ਆਪਣੇ 11th ਦੇ ਗਰੁੱਪ ਦੇ ਵਿੱਚ ਮੈਸੇਜ ਪਾ ਦੇਣਾ। ਮੈਨੂੰ ਜਦੋਂ ਪਤਾ ਲੱਗ ਗਿਆ ਸਾਰਿਆਂ ਨੇ ਜ਼ੂਮ ਐਪ ਇੰਸਟਾਲ ਕਰ ਲਈ, ਫਿਰ ਆਪਾਂ ਜ਼ੂਮ ਐਪ 'ਤੇ ਲੈਕਚਰ ਲਾਵਾਂਗੇ। ਉਹਦਾ ਕੀ ਬੈਨੀਫਿਟ ਹੈ ਜ਼ੂਮ ਐਪ ਦਾ, ਤੁਹਾਨੂੰ ਮੈਂ ਦੱਸਣਾ ਚਾਹਾਂਗਾ। ਉਹਦੇ 'ਚ ਹੈ ਕਿ ਤੁਸੀਂ ਲਾਈਵ ਮੇਰੇ ਨਾਲ ਹੋਵੋਗੇ, ਮੈਂ ਵੀ ਤੁਹਾਡੇ ਨਾਲ ਲਾਈਵ ਹੋਵਾਂਗਾ। ਮੀਨਸ ਤੁਸੀਂ ਮੈਨੂੰ ਕ੍ਰੋਸ ਕੁਐਸਚਨਿੰਗ ਕਰ ਸਕਦੇ ਹੋ। ਹੁਣ ਮੈਂ ਲੈਕਚਰ ਰਿਕਾਰਡ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਮੈਨੂੰ ਨਹੀਂ ਪਤਾ ਕੌਣ ਕੌਣ ਬੈਠਾ, ਕੌਣ ਕੌਣ ਕਿੰਨੇ ਕਿੰਨੇ ਸੁਣਿਆ, ਕਿੰਨੇ ਕਿੰਨੇ ਨਹੀਂ ਸੁਣਿਆ। ਉਹਦੇ ਮੈਨੂੰ ਲਾਈਵ ਪਤਾ ਲੱਗੇਗਾ ਮੇਰੇ ਸਾਹਮਣੇ ਕੌਣ ਬੈਠਾ ਕੌਣ ਨਹੀਂ। ਤੇ ਮੈਨੂੰ ਵੀ ਟੋਕ ਸਕਦੇ ਹੋ ਕਿ ਸਰ ਸਾਨੂੰ ਆਹ ਗੱਲ ਸਮਝ ਨਹੀਂ ਆਈ, ਸਾਨੂੰ ਰਿਪੀਟ ਕਰੋ। ਤਾਂ ਜ਼ੂਮ ਐਪ ਇੰਸਟਾਲ ਕਰ ਲਿਓ। ਫਿਰ ਮੈਂ ਤੁਹਾਨੂੰ ਜ਼ੂਮ ਦੀ ਉੱਥੇ ਮੀਟਿੰਗ ਆਈਡੀ ਭੇਜਾਂਗਾ, ਪਾਸਵਰਡ ਭੇਜਾਂਗਾ। ਉਸ ਜ਼ੂਮ ਦੀ ਮੀਟਿੰਗ ਆਈਡੀ ਦੇ ਪਾਸਵਰਡ ਦੇ ਨਾਲ ਆਪਾਂ ਲੈਕਚਰ ਲਾਵਾਂਗੇ। ਇਹ ਜ਼ਰੂਰ ਕੰਮ ਕਰੋ। ਨੰਬਰ 2, ਇੱਕ ਬੁੱਕ ਲੈ ਲਓ ਬੇਟਾ ਕੋਈ, ਕਿਉਂਕਿ ਆਪਾਂ ਮੈਂ ਬਠਿੰਡੇ ਬੈਠਾ, ਤੁਸੀਂ ਭਦੌੜ ਬੈਠੇ ਹੋ ਜਾਂ ਆਸ-ਪਾਸ ਦੇ ਪਿੰਡਾਂ 'ਚ ਬੈਠੇ ਹੋ, ਤਾਂ ਆਪਣਾ ਕੰਟੈਕਟ ਨਹੀਂ ਹੈ। ਜਿਹੜਾ ਮੈਂ ਕੋਈ ਬੁੱਕ ਲੈ ਲਓ
NCERT ਦੀ ਲੈ ਲਓ ਜਾਂ ਕੋਈ ਵੀ ਕਿਸੇ ਦੀ ਵੀ ਪੁਰਾਣੀ ਕਿਤੋਂ ਵੀ ਮਿਲਦੀ ਹੈ ਕੋਈ ਲੈ ਲਓ, ਤੇ ਤਾਂ ਕਿ ਆਪਾਂ ਨਾਲ ਦੇ ਨਾਲ, ਹਜੇ ਕੰਮ ਸ਼ੁਰੂ ਨਹੀਂ ਹੋਇਆ, ਅੱਗੇ ਕੰਮ ਬਹੁਤ ਜ਼ਿਆਦਾ ਵੱਧ ਜਾਣਾ, ਐਕਸਰਸਾਈਜ਼ ਵੀ ਨਾਲ ਦੇ ਨਾਲ ਕੀਤੀ ਜਾ ਸਕੇ। ਐਕਸਰਸਾਈਜ਼ ਦੇ ਕੁਐਸਚਨਸ ਸਕੂਲ 'ਚ ਆਪਣੇ ਕੋਲ ਇੱਕੋ ਪੀਰੀਅਡ ਹੈ, ਇੱਥੇ ਤਾਂ ਮੈਂ ਵੀ ਵਿਹਲਾ ਤੁਸੀਂ ਵਿਹਲੇ ਹੋ, ਲਾ ਦਿਆ ਕਰਾਂਗੇ 2-2 ਘੰਟੇ, ਕੋਈ ਟਾਈਮ ਹੀ ਨਹੀਂ। ਮੀਟਿੰਗ ਦਾ ਜ਼ਰੂਰੀ ਨਹੀਂ ਆਪਾਂ ਜਦੋਂ ਸਾਰੇ ਵੇਲੇ ਉਦੋਂ ਵੀ ਕਰ ਸਕਦੇ ਹਾਂ। ਸਕੂਲ ਦਾ ਟਾਈਮਿੰਗ ਹੈ ਕਿ 8 ਤੋਂ 2 ਹੀ ਕਲਾਸ ਹੈ, ਇੱਥੇ ਤਾਂ ਕੋਈ ਟਾਈਮਿੰਗ ਨਹੀਂ। ਸਵੇਰੇ ਲਾ ਲਈ, ਦੁਪਹਿਰੇ ਲਾ ਲਈ, ਸ਼ਾਮੀ ਲਾ ਲਈ, ਰਾਤ ਨੂੰ ਲਾ ਲਈ, ਡਜ਼ਨਟ ਮੈਟਰ। ਉਹ ਤਾਂ ਹੀ ਹੈ ਕਿ ਤੁਸੀਂ ਇੱਕ ਤਾਂ ਜ਼ੂਮ ਐਪ ਇੰਸਟਾਲ ਕਰੋ ਅਤੇ ਇੱਕ ਬੁੱਕ ਲੈ ਲਓ, ਅਤੇ ਜੋ ਟੌਪਿਕ ਮੈਂ ਕਰਾਇਆ ਬੁੱਕਸ 'ਚੋਂ ਰੀਡ ਕਰੋ, ਬੁੱਕ ਰੀਡਿੰਗ ਕਰੋ। ਅਤੇ ਗਾਂ ਤੋਂ ਇੱਕ ਗੱਲ ਨੋਟ ਕਰਿਓ ਕਿ ਜਦੋਂ ਵੀ ਮੈਂ ਲੈਕਚਰ ਤੁਸੀਂ ਹੁਣ ਤਾਂ ਆਫਲਾਈਨ ਚੱਲ ਰਿਹਾ, ਆਫਲਾਈਨ ਮੀਨਸ ਮੈਂ ਰਿਕਾਰਡਿੰਗ ਕਰਕੇ ਤੁਹਾਨੂੰ ਸੈਂਡ ਕਰ ਰਿਹਾ, ਤੁਸੀਂ ਆਪਣੀ ਸੁਵਿਧਾ ਅਨੁਸਾਰ ਘਰ ਬੈਠੇ ਦੇਖ ਰਹੇ ਹੋ। ਜਦੋਂ ਵੀ ਲੈਕਚਰ ਫਿਜ਼ਿਕਸ ਦਾ ਨੋਟ ਕਰਨਾ, ਤੁਸੀਂ ਇੱਕ ਫਿਜ਼ਿਕਸ ਦੀ ਕਾਪੀ ਲਾਣੀ ਹੈ, ਉਹਦੇ 'ਤੇ ਹੋਰ ਕੰਮ ਨਹੀਂ ਕਰਨਾ। ਕਲਾਸ ਵਰਕ ਕਾਪੀ ਜਿਵੇਂ ਕਲਾਸ ਤੁਸੀਂ ਲਾਣੀ ਹੈ, ਅਤੇ ਜੋ ਮੈਂ ਬੋਲ ਰਿਹਾ ਤੁਸੀਂ ਉਹ ਨੋਟ ਕਰਨਾ ਨਾਲ ਦੇ ਨਾਲ, ਉਹਦੇ ਆਪਣੇ ਨੋਟਸ ਬਣਾਉਣੇ ਨੇ। ਫਿਰ ਕਿਤਾਬ ਖੋਲ੍ਹ ਲੈਣੀ ਹੈ ਮੇਰੇ ਲੈਕਚਰ ਤੋਂ ਬਾਅਦ, ਬੰਦ ਕਰਕੇ ਉਹ ਕਿਤਾਬ ਦੇ ਵਿੱਚੋਂ ਜੋ ਪੜ੍ਹਿਆ, ਕੋਈ ਨਵੀਂ ਚੀਜ਼ ਪਤਾ ਲੱਗੀ ਉਹ ਵੀ ਨੋਟ ਕਰ ਲੈਣੀ ਹੈ, ਆਪਣੇ ਨੋਟਸ ਤਿਆਰ ਕਰਨੇ। ਬੈਸਟ ਹੈ ਪੜ੍ਹਨ ਦਾ ਤਰੀਕਾ। ਠੀਕ ਹੈ ਜੀ, ਹੈਵ ਅ ਨਾਈਸ ਡੇ, ਥੈਂਕ ਯੂ।